ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਤੀਜਾ। ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸੇ ਮੋਹੇ ਮਾਇਆ। ਗੁਰ ਪ੍ਰਸਾਦੀ ਕੋ ਵਿਰਲਾ ਬੂਝੇ, ਚੌਥੇ ਪਦ ਲਿਵ ਲਾਵਣੀਆਂ। ਹਉ ਵਾਰੀ ਜਿਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣੀਆਂ। ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮੇਲੀ ਸੋਭਾ ਪਾਵਣੀਆਂ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਰ ਜਿਨ ਅਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁਖ ਪਾਵਣੀਆਂ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ। ਜਤ ਸਤ ਸੰਜਮ ਸੱਚ ਕਮਾਵੈ, ਗੁਰ ਪੂਰੇ ਨਾਮ ਧਿਆਵਣੀਆਂ। ਪੇੜੇ ਤਨ ਭਰਮ ਭੁਲਾਣੀ, ਦੂਜੇ ਲਾਗੀ ਫਿਰ ਪਛੋਤਾਣੀ। ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁਖ ਨ ਪਾਵਣੀਆਂ। ਪੇੜੇ ਤਨ ਕੰਤ ਸੰਭਾਲੇ, ਗੁਰ ਪ੍ਰਸਾਦੀ ਵੇਖੇ ਨਾਲੇ। ਫਿਰ ਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸਿੰਗਾਰ ਬਣਾਵਣੀਆਂ। ਸਫਲ ਜਨਮ ਜਿਨ ਸਤਿਗੁਰ ਪਾਇਆ, ਦੂਜੇ ਭਾਉ ਗੁਰ ਸ਼ਬਦ ਜਲਾਇਆ। ਏਕੋ ਰਬ ਰਿਹਾ ਘਟ ਅੰਤਰ, ਮਿਲ ਸਤ ਸੰਗਤ ਹਰ ਗੁਣ ਗਾਵਣੀਆਂ। ਸਤਿਗੁਰ ਨ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਮਨ ਮੁਖ ਨਾਮ ਚਿਤ ਨ ਆਵੈ, ਬਿਨ ਨਾਮੇ ਬਹੁ ਦੁਖ ਪਾਵਣਿਆ। ਜਿਨ ਸਿਸ਼ਟ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ। ਨਾਨਕ ਨਾਮ ਮਿਲਿਆ ਤਿਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਜਿਨ ਸਿਸ਼ਟ ਸਾਜੀ ਸੋਈ ਜਾਣੇ, ਆਪੇ ਮੇਲੇ ਸ਼ਬਦ ਪਛਾਣੇ। ਨਾਨਕ ਨਾਮ ਮਿਲਿਆ ਤਿਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਗੁਰੂ ਜੀ ਕਹਿੰਦੇ ਹਨ ਕਿ ਸਾਰਾ ਜੱਗ ਮਾਇਆ ਦੇ ਮੋਹ ਵਿੱਚ ਹੈ। ਮਾਇਆ ਨੇ ਆਪਣੀ ਤ੍ਰੈ ਗੁਣੀ ਸ਼ਕਤੀ ਦੁਆਰਾ ਸਾਰਾ ਸੰਸਾਰ ਮਨੁੱਖ ਪੈਦਾ ਕਰਕੇ ਉਹਨਾਂ ਨੂੰ ਆਪਣੇ ਪ੍ਰਭਾਵ ਵਿੱਚ ਰੱਖਿਆ ਹੋਇਆ ਹੈ, ਰੱਖ ਕੇ ਮੋਹਿਤ ਕੀਤਾ ਹੋਇਆ ਹੈ ਜੀ। ਕੋਈ ਵਿਰਲਾ ਹੀ ਇਸ ਦੇ ਪ੍ਰਭਾਵ ਤੋਂ ਗੁਰਸ਼ਬਦ ਗੁਰਬਾਣੀ ਰਾਹੀਂ ਸਿੱਖ ਲੈ ਕੇ ਚੌਥੇ ਪਦ ਯਾਨੀ ਇਹਨਾਂ ਤਿੰਨ ਗੁਣਾਂ ਸਤੋ ਰਜੋ ਅਤੇ ਤਮੋ ਮਾਇਆਵੀ ਪ੍ਰਭਾਵ ਤੋਂ ਮੁਕਤ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਦਕੇ ਅਤੇ ਬਲਿਹਾਰ ਨੇ ਉਹਨਾਂ ਗੁਰਮੁਖਾਂ ਤੋਂ ਜਿਨ੍ਹਾਂ ਨੇ ਗੁਰੂ ਸ਼ਬਦ ਗੁਰਬਾਣੀ ਦਾ ਆਸਰਾ ਲੈ ਕੇ ਮਾਇਆ ਮੋਹ ਨੂੰ ਸਾੜ ਦਿੱਤਾ ਹੈ ਜੀ। ਐਸੇ ਗੁਰਮੁਖਾਂ ਨੂੰ ਆਪਣੇ ਮੂਲ ਗੁਰਬਾਣੀ ਗੁਰਸ਼ਬਦ ਨਾਲ ਚਿੱਤ ਲੱਗ ਗਿਆ ਹੈ ਜੀ, ਅਤੇ ਉਹ ਇਸ ਨਾਲ ਇੱਕ ਚਿੱਤ ਹੋਣ ਦੀ ਸ਼ੋਭਾ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਮਾਇਆ ਮਨੁੱਖੀ ਰਾਗ ਦੇ ਦੋਸ਼ ਪੈਦਾ ਕਰਦੀ ਹੈ, ਜਿਸ ਕਰਕੇ ਮਨੁੱਖਾਂ ਨੇ ਦੇਵੀ ਦੇਵਤਾ ਬਣਾ ਲਏ ਹਨ ਅਤੇ ਸ਼ਾਸਤਰ ਸਿਮਤੀਆਂ ਦਾ ਇਜਾਦ ਕਰਦੇ ਹਨ ਜੀ। ਮਾਇਆ ਵਿੱਚੋਂ ਹੀ ਕਾਮ ਕ੍ਰੋਧ ਵਗੈਰਾ ਸਾਰੇ ਸੰਸਾਰ ਵਿੱਚ ਫੈਲੇ ਹੋਏ ਹਨ ਜੀ, ਅਤੇ ਮਨੁੱਖਾਂ ਨੂੰ ਦੁੱਖ ਸੁੱਖ ਦੇ ਗੇੜ ਵਿੱਚ ਪਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਲੇਕਿਨ ਇਸ ਮਾਇਆ ਰੂਪੀ ਕਾਇਆ ਵਿੱਚ
ਉਸ ਕਰਤੇ ਨੇ ਰਤਨ ਪਦਾਰਥ ਵੀ ਲੁਕਾ ਕੇ ਰੱਖਿਆ ਹੋਇਆ ਹੈ ਜੀ। ਉਹ ਹੈ ਗੁਰਸ਼ਬਦ, ਨਾਮ, ਆਤਮ ਬੋਧ ਦਾ ਗਿਆਨ। ਇਸ ਆਤਮਿਕ ਗਿਆਨ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਪੇਕੇ ਰੂਪ ਕਾਇਆ ਵਿੱਚ ਮਨ ਰੂਪੀ, ਧਨ ਰੂਪੀ ਇਸਤਰੀ ਆਪਣੇ ਪਤੀ ਮੂਲ ਨੂੰ ਨਾਮ ਮਿਲਣ ਦੀ ਤਿਆਰੀ ਕਰਦੀ ਹੈ ਅਤੇ ਇਸੇ ਵਿੱਚ ਹੀ ਵਸ ਹੋ ਕੇ ਭਰਮ ਭੁਲੇਖਿਆਂ ਵਿੱਚ ਪਈ ਰਹਿੰਦੀ ਹੈ ਜੀ। ਇਸੇ ਤਰ੍ਹਾਂ ਆਪਣੇ ਮੂਲ ਪਤੀ ਨੂੰ ਮਿਲਣ ਦਾ ਸੁਨਹਿਰਾ ਮੌਕਾ ਗੁਆ ਬੈਠਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਲੇਕਿਨ ਅਗਰ ਇਹੋ ਜਿਹੀ ਇਸਤਰੀ ਰੂਪ ਮਨ ਆਪਣੇ ਪੇਕੇ ਰੂਪੀ ਕਾਇਆ ਵਿੱਚ ਬੈਠਿਆਂ ਆਪਣੇ ਪਤੀ ਨੂੰ ਮਿਲਣ ਦੀ ਖਾਤਰ ਗੁਰਸ਼ਬਦ ਰੂਪੀ ਸਿੰਗਾਰ ਕਰਦੀ ਹੈ ਤਾਂ ਸਹਿਜੇ ਹੀ ਆਪਣੇ ਮੂਲ ਰੂਪ ਪਤੀ ਨੂੰ ਆਪਣੇ ਨਾਲ ਹੀ ਪ੍ਰਤੀਤ ਵੇਖਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੈ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਦੀ ਸਤਿਗੁਰ ਨਾਲ ਰਾਹੀਂ ਸਤਿਗੁਰੂ ਨਾਲ ਮੇਲ ਹੁੰਦਾ ਹੈ। ਮਾਇਆ ਦੇ ਦਵੈਤ ਭਾਵ ਨੂੰ ਛੱਡ ਕੇ ਐਸੇ ਗੁਰਮੁਖਾਂ ਨੂੰ ਉਸ ਇੱਕ ਦੀ ਪ੍ਰਤੀਤੀ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੋ ਸਤਿਗੁਰੂ ਨੂੰ ਨਹੀਂ ਸੇਵਦੇ, ਭਾਵ ਗੁਰਸ਼ਬਦ ਗੁਰਬਾਣੀ ਰਾਹੀਂ ਸਤਿਗੁਰ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ, ਉਹਨਾਂ ਦਾ ਜਨਮ ਵਿਅਰਥ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਸ ਕਰਤੇ ਨੇ ਇਸ ਸ੍ਰਿਸ਼ਟੀ ਸਾਜੀ ਹੈ ਉਹ ਆਪ ਹੀ ਸਭ ਕੁਝ ਜਾਣਨ ਵਾਲਾ ਹੈ ਜੀ। ਉਹ ਆਪ ਹੀ ਮਿਲਾਪ ਕਰਾਉਂਦਾ ਹੈ, ਪਰ ਅਸੀਂ ਆਪਣੇ ਆਪ ਨੂੰ ਗੁਰਸ਼ਬਦ ਗੁਰਬਾਣੀ ਦਾ ਉਪਦੇਸ਼ ਲੈਣ ਵਾਸਤੇ ਤਿਆਰ ਹੋਈਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜੋ ਸਿਰਜਣਹਾਰ ਨੂੰ ਸਿਮਰਨ ਵਾਲੇ ਗੁਰਮੁਖ ਹਨ, ਉਹਨਾਂ ਨੂੰ ਇਸ ਤੱਤ ਗਿਆਨ ਦੀ ਸੋਝੀ ਹੈ ਕਿ ਕਈ ਧਰਮ ਪੁਸਤਕਾਂ ਵੀ ਤ੍ਰੈਗੁਣੀ ਮਾਇਆ ਦਾ ਭਰਨ ਰੂਪ ਪੈਦਾ ਕਰਦੀਆਂ ਹਨ ਜੀ। ਕਰਤਾ ਪੁਰਖ ਸੈਂਭ ਹੈ। ਸਿੱਖ ਦੀ ਸੁਰਤ ਨੂੰ ਸਾਵਧਾਨ ਕਰਨ ਲਈ ਗੁਰੂ ਸਾਹਿਬ ਨੇ ਦੇਵੀ ਦੇਵਾ ਮੂਲ ਹੈ ਮਾਇਆ ਵਾਲਾ ਸੰਕੇਤ ਇਸ ਸ਼ਬਦ ਵਿੱਚ ਦਿੱਤਾ ਹੈ ਜੀ। ਮਾਇਆ ਜਿਸ ਤੋਂ ਸੰਸਾਰ ਦੀ ਉਤਪਤੀ ਹੁੰਦੀ ਹੈ, ਤ੍ਰੈਗੁਣੀ ਮੰਨੀ ਗਈ ਹੈ, ਸਤੋ ਰਜੋ ਅਤੇ ਤਮੋ। ਸਤੋ ਗੁਣ ਪਵਿੱਤਰਤਾ, ਅਡੋਲਤਾ ਅਤੇ ਸਹਿਜਤਾ ਦਾ ਚਿੰਨ੍ਹ ਹੈ ਜੀ। ਰਜੋ ਗੁਣ ਹਰਕਤ ਅਤੇ ਊਰਜੀ ਦਾ ਹੈ ਜੀ। ਤਮੋ ਗੁਣ ਆਲਸ, ਦਲਿੱਦਰ ਜਾਂ ਅਗਿਆਨਤਾ ਦਾ ਹੈ ਜੀ। ਇਹਨਾਂ ਸਾਰਿਆਂ ਦਾ ਮਿਸ਼ਰਣ ਕਿਸੇ ਨਾ ਕਿਸੇ ਮਾਤਰਾ ਵਿੱਚ ਮਾਇਆ ਹੀ ਹੈ ਜੀ ਅਤੇ ਇਨਸਾਨੀ ਫਿਤਰਤ ਵਿੱਚ ਇਹ ਸਭ ਮੌਜੂਦ ਹਨ ਜੀ। ਇਸ ਸ਼ਬਦ ਦੇ ਚੌਥੇ ਪਦੇ ਵਿੱਚ ਮਨੁੱਖੀ ਲਕਸ਼ ਹੈ ਇਹਨਾਂ ਸਭ ਮਾਇਆਵੀ ਪ੍ਰਭਾਵਾਂ ਤੋਂ ਉੱਤੇ ਉੱਠਣਾ ਹੈ ਜੀ।
ਮਾਇਆ, ਮਮਤਾ, ਕਾਮ, ਕ੍ਰੋਧ, ਦੂਜਾ ਭਾਵ, ਇਹ ਸਾਰੇ ਤੱਥ ਜਨਮ ਮਰਨ ਦਾ ਹੀ ਬੀਜ ਹਨ। ਗੁਰੂ ਦੇ ਸ਼ਬਦ ਗੁਰਬਾਣੀ ਵਿੱਚ ਜੁੜਿਆਂ ਮਾਇਆ ਮੋਹਣੀ ਦੇ ਬੰਧਨ ਟੁੱਟ ਜਾਂਦੇ ਹਨ ਅਤੇ ਸੱਚੀ ਲਿਵ ਲੱਗ ਜਾਂਦੀ ਹੈ ਜੀ। ਫਿਰ ਨਿਰੰਤਰ ਨਾਮ ਅਭਿਆਸ ਨਾਲ ਚੌਥੇ ਪਦ ਵਿੱਚ ਇਸ ਸ਼ਬਦ ਵਿੱਚ ਆਇਆ ਹੈ, ਲਿਵ ਲਾਵਣੀਆਂ ਵਾਲੀ ਅਵਸਥਾ ਪੈਦਾ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।